ਸਮੁੱਚੇ ਇੱਕ ਦਾਇਰੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਨੂੰ ਸਮਝਣਾ ਹੋਵੇ ਤੇ ਭਾਈ ਨੰਦ ਲਾਲ ਜੀ ਇੱਕ ਬੜਾ ਪਿਆਰਾ ਸ਼ਬਦ ਵਰਤਦੇ ਨੇ, ਕਹਿੰਦੇ ਤੇਗ ਬਹਾਦਰ ਰਾਹ ਸਰਾਪਾ ਅਫਜ਼ਾਲ ਜ਼ੀਨਤ ਰਾਏ ਮਹਿਫਿਲ ਜ਼ਾਹੂ ਜ਼ਲਾਲ। ਸ਼ਬਦ ਦੇ ਅਰਥ ਤੁਹਾਨੂੰ ਉਸ ਵੇਲੇ ਹੋਰ ਵੀ ਵਧੀਆ ਸਮਝ ਆ ਜਾਣਗੇ ਜਦੋਂ ਕਿਤੇ ਤੁਹਾਡਾ ਕੋਈ ਮੁਸਲਮਾਨ ਮਿੱਤਰ ਮਿਲੇ ਤੇ ਤੁਸੀਂ ਉਸ ਨੂੰ ਹਾਲ ਚਾਲ ਪੁੱਛਦੇ ਹੋ, ਕੀ ਹਾਲ ਹੈ, ਤਾਂ ਉਸ ਦਾ ਜਵਾਬ ਹੁੰਦਾ ਖੁਦਾ ਦਾ ਫਜ਼ਲ ਹੈ, ਅੱਲਾ ਕਾ ਫਜ਼ਲ ਹੈ। ਫਜ਼ਲ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਇਸ ਦਾ ਅਰਥ ਹੈ ਮਿਹਰ, ਕਰਮ, ਰਹਿਮਤ। ਹੁਣ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਅੱਲਾ ਦੀ ਰਹਿਮ ਦੀ, ਮਿਹਰ ਦੀ, ਕਰਮ ਦੀ, ਉਹਦੀ ਕਿਰਪਾ ਦੀ ਇੱਕ ਖਾਸ ਦਾਇਰੇ ਦੇ ਵਿੱਚ ਤੁਸੀਂ ਪਰਿਭਾਸ਼ਾ ਤਾਂ ਦੇ ਸਕਦੇ ਹੋ, ਪਰ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਆਉਂਦੀ ਹੈ ਨਾ, ਤੇਗ ਬਹਾਦਰ ਰਾਹ ਸਰਾਪਾ, ਸਰਾਪਾ ਤੋਂ ਭਾਵ ਹੈ ਸਿਰ ਤੋਂ ਪੈਰਾਂ ਤੋਂ ਭਾਵ ਰੂਹ ਤੋਂ ਲੈ ਕੇ ਅਫਜ਼ਾਲ। ਅਫਜ਼ਾਲ ਫਜ਼ਲ ਸ਼ਬਦ ਦਾ ਬਹੁਵਚਨ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਸਰੀਰ ਤੋਂ ਲੈ ਕੇ ਆਤਮਾ ਤੱਕ ਰਹਿਮ ਦੇ ਨਾਲ ਭਰੀ ਹੋਈ ਹੈ। ਫਜ਼ਲ ਦਾ ਬਹੁਵਚਨ ਹੈ ਅਫਜ਼ਾਲ। ਤੇਗ ਬਹਾਦਰ ਰਾਹ ਸਰਾਪਾ ਅਫਜ਼ਾਲ। ਪਰ ਕਹਿੰਦੇ ਕੇਵਲ ਤੇ ਕੇਵਲ ਇਹ ਸ਼ਖਸੀਅਤ ਜਿਹੜੀ ਹੈ, ਇਹਦਾ ਆਤਮਿਕ ਉਸ ਔਰ ਇਹਦਾ ਆਤਮਿਕ ਪ੍ਰਕਾਸ਼ ਹੀ ਫਜ਼ਲ ਦੇ ਨਾਲ ਨਹੀਂ ਭਰਿਆ। ਜ਼ੀਨਤ ਅਰਾਏ ਮਹਿਫਿਲ ਜ਼ਾਹੋ ਜ਼ਲਾਲ। ਆਤਮਿਕ ਤੌਰ ਤੇ ਗੱਲ ਛੱਡ ਵੀ ਦਈਏ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਬਦ ਦੀ ਚਰਚਾ ਕਰਦੇ ਨੇ, ਉਹ ਉਸ ਮਹਿਫਿਲ ਨੂੰ ਕਿੰਨਾ ਪ੍ਰਭਾਵਿਤ ਕਰਦੇ ਨੇ, ਕਹਿੰਦੇ ਇਹ ਵੀ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਦਾ ਭਾਵ ਇਹ ਹੋਇਆ ਕਿ ਗੁਰੂ ਸਾਹਿਬ ਆਤਮਿਕ ਤੌਰ ਤੇ ਕਿਸ ਅਵਸਥਾ ਦੇ ਵਿੱਚ ਨੇ ਤੇ ਗੁਰੂ ਸਾਹਿਬ ਸਰੀਰਕ ਤੌਰ ਤੇ ਜਦੋਂ ਕਿਸੇ ਮਹਿਫਿਲ ਦੇ ਵਿੱਚ, ਕਿਸੇ ਸੰਗਤ ਦੇ ਵਿੱਚ, ਹਜ਼ੂਮੇ ਖੁਸ਼ ਕਿਸੇ ਵੀ ਸਾਧ ਸੰਗਤ ਦੇ ਵਿੱਚ ਜਦੋਂ ਆਪਣੇ ਪ੍ਰਵਚਨ ਦਿੰਦੇ ਨੇ ਤੇ ਉਦੋਂ ਕਿੰਨਾ ਪ੍ਰਭਾਵਿਤ ਕਰਦੇ ਨੇ। ਸੋ ਇਸ ਸਾਰੇ ਦਾਇਰੇ ਨੂੰ ਨੰਦ ਲਾਲ ਕਹਿ ਦਿੰਦੇ ਨੇ ਅਫਜ਼ਾਲ, ਰਹਿਮਤਾਂ ਦਾ ਬਹੁਵਚਨ। ਇੱਕ ਦਾਇਰੇ ਦੇ ਵਿੱਚ ਇਸ ਨੂੰ ਪ੍ਰਭਾਸ਼ਿਤ ਹੀ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਰਹਿਮਤਾਂ ਨੂੰ, ਉਹਨਾਂ ਦੀ ਕਿਰਪਾ ਨੂੰ, ਉਹਨਾਂ ਦੇ ਫਜ਼ਲ ਨੂੰ, ਉਹਨਾਂ ਦੇ ਕਰਮ ਨੂੰ ਇੱਕ ਸ਼ਬਦ ਦੇ ਵਿੱਚ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਉਹ ਤਾਂ ਬਹੁਤ ਸਾਰੀਆਂ ਨੇ। ਗੁਰੂ ਸਾਹਿਬ ਦਾ ਜਨਮ ਵਿਸਾਖ ਦੇ ਮਹੀਨੇ, ਤੇ ਇੱਕ ਵਰਤਾਰਾ ਜਿਹੜਾ ਕੁਦਰਤੀ ਹੈ, ਉਸ ਕੁਦਰਤੀ ਵਰਤਾਰੇ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਆਪਣੀ ਰਚਨਾ ਦੇ ਵਿੱਚ ਬਹੁਤ ਪਿਆਰੀ ਕਰਦੇ ਨੇ। ਕਹਿੰਦੇ ਜੈਸੇ ਏਕ ਜਨਨੀ ਕੇ ਹੋਤ ਅਨੇਕ ਸੁਤ, ਸਭ ਹੀ ਤੇ ਅਦਕ ਪਿਆਰੋ ਸੁਤ ਗੋਦ ਕੋ। ਮਾਂ ਦੇ 2, 3, 4 ਬੱਚੇ ਵੀ ਹੋਣ ਨਾ, ਤਾਂ ਕੁਦਰਤਨ ਜਿਹੜਾ ਸਭ ਤੋਂ ਛੋਟਾ ਹੁੰਦਾ ਹੈ ਨਾ, ਉਸ ਨੂੰ ਸਭ ਤੋਂ ਵੱਧ ਮਾਂ ਦੀ ਗੋਦ ਦਾ ਪਿਆਰ, ਲਾਡ, ਨਿੱਘ ਸਭ ਤੋਂ ਵੱਧ ਉਸ ਨੂੰ ਮਿਲਦਾ ਹੈ। ਜੈਸੇ ਇੱਕ ਜਨਨੀ ਕੇ ਹੋਤ ਅਨੇਕ ਸੁਤ, ਸਭ ਹੀ ਤੇ ਅਧਿਕ ਪਿਆਰੋ ਸੁਤ ਗੋਦ ਕੋ। ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਦੇ ਸਮੇਂ ਇਹ ਵਰਤਾਰਾ ਜਿਹੜਾ ਬਿਲਕੁਲ ਹੋਰ ਰੂਪ 'ਚ ਵਰਤ ਰਿਹਾ ਹੈ, ਹੋਰ ਹੀ ਰੂਪ ਦੇ ਵਿੱਚ। ਇੱਥੇ ਮਾਤਾ ਜੀ ਸਵਾਲ ਕਰ ਰਹੇ, ਮਾਤਾ ਨਾਨਕੀ ਜੀ ਆਪਣੇ ਪਤੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਪਾਤਸ਼ਾਹ ਦੇ ਪਿਤਾ ਨੂੰ ਸਵਾਲ ਕਰਦੇ ਨੇ ਕਿ ਤੁਹਾਡੇ ਬਾਕੀ ਪੁੱਤਰ ਚਾਹੇ ਅਣੀ ਰਾਏ ਜੀ ਨੇ, ਅਟਲ ਰਾਏ ਜੀ ਨੇ, ਸੂਰਜਮਲ ਜੀ ਨੇ, ਗੁਰਦਿੱਤਾ ਜੀ ਨੇ, ਉਹ ਸਾਰੀ ਜਿਹੜੀ ਤੁਸੀਂ ਜ਼ਿੰਮੇਵਾਰੀ ਦਿੰਦੇ ਹੋ ਸੰਭਾਲਦੇ ਨੇ, ਪਰ ਕਾਰਨ ਕੀ ਹੈ ਕਿ ਛੋਟੇ ਪੁੱਤ ਨੂੰ ਤੁਹਾਡਾ ਜ਼ਿਆਦਾ ਪਿਆਰ ਮਿਲਦਾ ਹੈ। ਇੱਥੇ ਖੇਡ ਬਿਲਕੁਲ ਉਲਟਿਆ। ਅਕਸਰ ਮਾਂ ਦੀ ਗੋਦ ਦਾ ਨਿੱਘ ਛੋਟੇ ਨੂੰ ਜ਼ਿਆਦਾ ਮਿਲਦਾ ਹੈ। ਇੱਥੇ ਮਾਤਾ ਜੀ ਸਵਾਲ ਕਰ ਰਹੇ ਨੇ ਕਿ ਛੋਟੇ ਨੂੰ ਤੁਹਾਡੀ ਨਿੱਘ ਜਿਹੜਾ ਨਿੱਘ ਹੈ ਗੋਦ ਦਾ ਜ਼ਿਆਦਾ ਮਿਲਦਾ ਹੈ। ਤੇ ਪਾਤਸ਼ਾਹ ਦਾ ਜਵਾਬ ਬੜਾ ਪਿਆਰਾ ਹੈ। ਉਹ ਕਹਿੰਦੇ ਨੇ ਅਜ਼ਰ ਜ਼ਰ ਧੀਰ ਧੁਰ ਅੰਦਰ। ਕਹਿੰਦੇ ਇਹ ਮੇਰੇ ਪਿਆਰ ਔਰ ਕਿਰਪਾ ਦਾ ਪਾਤਰ ਇਸ ਕਰਕੇ ਹੈ ਕਿ ਜੋ ਕੁਛ ਇਹਨੇ ਚਰਨਾ ਤੇ ਜੋ ਇਹਨੇ ਬਰਦਾਸ਼ਤ ਕਰਨਾ ਹੈ ਨਾ, ਦੁਨੀਆ ਤੇ ਕੋਈ ਕਰ ਨਹੀਂ ਸਕਦਾ। ਅਜ਼ਰ ਜ਼ਰ, ਜੋ ਕੁਛ ਇਹਨੇ ਜ਼ਰਨਾ ਹੈ ਨਾ, ਉਹ ਅਜ਼ਰ ਹੈ, ਜਿਹੜਾ ਜਰਿਆ ਹੀ ਨਹੀਂ ਜਾ ਸਕਦਾ।
ਔਰ ਉਸ ਨੂੰ ਇੰਨੀ ਧੀਰਜ ਦੇ ਨਾਲ ਇੰਨੇ ਬਰਦਾਸ਼ਤ ਕਰਨਾ ਹੈ ਕਿ ਦੁਨੀਆ ਵੇਖੇਗੀ ਧੀਰ ਧੁਰ ਅੰਦਰ, ਕਿ ਮੇਰਾ ਪੁੱਤਰ ਧੁਰ ਅੰਦਰ ਤੱਕ ਕਿੰਨਾ ਧੀਰਜ ਦੇ ਨਾਲ ਭਰਿਆ ਹੋਇਆ ਹੈ। ਫਿਰ ਕਹਿੰਦੇ ਗੱਲ ਇੱਥੇ ਹੀ ਨਹੀਂ, ਹੁਣ ਇਹ ਗੱਲ ਮੇਰੀ ਥੋੜੀ ਜਿਹੀ ਆਪਣੀ ਮਾਨਸਿਕਤਾ 'ਚ ਰੱਖੀ, ਉਹਨੂੰ ਮੈਂ ਅਖੀਰ ਤੇ ਫਿਰ ਇੱਥੇ ਹੀ ਲੈ ਕੇ ਆਉਣਾ। ਕਹਿੰਦੇ ਗੱਲ ਇੱਥੇ ਹੀ ਨਹੀਂ, ਇਸਕੇ ਸੁੱਤ ਹੋਤ ਬਲਵੰਡ, ਇਹਦੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਨਾ, ਉਹ ਵੀ ਤੇਗ ਦਾ ਧਨੀ ਹੋਵੇਗਾ। ਉਮਰ ਥੋੜੀ ਜਿਹੀ ਵਡੇਰੀ ਹੋਈ, ਭਾਵ ਕਿ 4 ਸਾਲ ਦੀ ਉਮਰ। ਵੱਡੇ ਭਰਾ ਗੁਰਦਿੱਤਾ ਜੀ ਦਾ ਵਿਆਹ, ਬਟਾਲੇ ਗੁਰਦਾਸਪੁਰ ਜ਼ਿਲ੍ਹੇ ਦਾ ਸ਼ਹਿਰ, ਜਿੱਥੇ ਗੁਰੂ ਨਾਨਕ ਸਾਹਿਬ ਵਿਆਹੁਣ ਗਏ ਸੀ, ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਵਿਆਹੁਣ ਵਾਸਤੇ ਜਾ ਰਹੇ। ਕੁਦਰਤ, ਮੈਂ ਜਿਹੜੀ ਗੱਲ ਪਹਿਲਾਂ ਕੀਤੀ ਸੀ ਕਿ ਸਭ ਹੀ ਤੇ ਅਧਿਕ ਪਿਆਰੋ ਸੁਤ ਗੋਤ ਤੋਂ, ਜਿਹੜਾ ਛੋਟਾ ਪੁੱਤਰ ਹੁੰਦਾ ਹੈ ਘਰ ਦੇ ਵਿੱਚ ਹੁੰਦਾ ਹੈ, ਵਿਆਹ ਵਾਸਤੇ ਉਹਦੀਆਂ ਤਿਆਰੀਆਂ ਵੀ ਵਿਸ਼ੇਸ਼ ਹੁੰਦੀਆਂ ਨੇ। ਛੋਟੇ ਪੁੱਤਰ ਦੇ ਵਾਸਤੇ ਸੁੰਦਰ ਵਸਤਰ ਤਿਆਰ ਕਰਵਾਏ ਗਏ, ਜਿਹੜਾ ਉਹਨਾਂ ਸਮਿਆਂ ਦੇ ਵਿੱਚ ਲਿਬਾਸ ਦਾ ਰਿਵਾਜ ਸੀ, ਕੀਮਤੀ ਲਿਬਾਸ ਜਿਹੜਾ ਸੀ ਉਹ ਤਿਆਰ ਕੀਤਾ ਗਿਆ। ਤੇ 4.5 ਸਾਲ ਦੀ ਆਜੂ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ। ਸਾਰੀ ਬਰਾਤ ਤਿਆਰ ਹੋ ਰਹੀ ਹੈ, ਛੋਟੇ ਪੁੱਤਰ ਨੂੰ ਤਿਆਰ ਕੀਤਾ ਹੈ, ਬਾਕੀ ਸਾਰੀ ਬਰਾਤ ਜਿਹੜੀ ਉਹ ਤਿਆਰ ਹੋ ਰਹੀ ਹੈ। ਬੱਚੇ ਨੂੰ ਪਹਿਲਾਂ ਤਿਆਰ ਕਰ ਦਿੱਤਾ। ਸਰਦੀਆਂ ਦੇ ਦਿਨ ਸੀ, ਦਸੰਬਰ ਦਾ ਮਹੀਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਖੇਡਦੇ ਖੇਡਦੇ ਬਾਹਰ ਬੱਚਿਆਂ 'ਚ ਚਲੇ ਗਏ। ਬੱਚਿਆਂ ਦੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਬੱਚੇ ਤਾਂ ਖੇਡ ਰਹੇ ਨੇ, ਇੱਕ ਬੱਚਾ ਰੋ ਰਿਹਾ, ਜਾਰੋ ਜਾਰ ਰੋ ਰਿਹਾ, ਤੇ ਸੁਭਾਵਕ ਹੀ ਉਸਦੇ ਕੋਲ ਜਾ ਕੇ ਪੁੱਛਦੇ ਨੇ, ਸਾਰੇ ਖੇਡ ਰਹੇ ਨੇ, ਤੂੰ ਰੋ ਕਿਉਂ ਰਿਹਾ? ਉਸ ਦਾ ਜਵਾਬ ਹੈ, ਠੰਡ ਬਹੁਤ ਲੱਗ ਰਹੀ ਹੈ, ਮੇਰੇ ਤਨ ਤੇ ਕੋਈ ਕੱਪੜਾ ਨਹੀਂ, ਮੇਰਾ ਵੀ ਖੇਡਣ ਨੂੰ ਦਿਲ ਕਰਦਾ ਹੈ, ਪਰ ਇੱਕ ਅਸੀਂ ਦੀਨ ਹਾਂ, ਗਰੀਬ ਹਾਂ, ਦੂਜਾ ਠੰਡ ਲੱਗ ਰਹੀ ਹੈ, ਤੀਜਾ ਮੈਂ ਬਿਮਾਰ ਹਾਂ, ਤਨ ਤੇ ਕੱਪੜਾ ਕੋਈ ਨਹੀਂ ਹੈ, ਮੇਰਾ ਦਿਲ ਕਰਦਾ ਹੈ ਖੇਡਣ ਨੂੰ, ਪਰ ਮੈਂ ਖੇਡ ਨਹੀਂ ਸਕਦਾ ਕਿਉਂਕਿ ਠੰਡ ਲੱਗਦੀ ਹੈ। ਗੁਰਦੇਵ ਪਾਤਸ਼ਾਹ ਨੇ ਆਪਣੇ ਕੀਮਤੀ ਵਸਤਰ ਉਤਾਰੇ, ਉਸ ਨੂੰ ਪਹਿਨਾ ਦਿੱਤੇ। ਜਿਹੜੇ ਹੋਰ ਵੀ ਪਰਿਵਾਰ ਦੇ ਵੱਲੋਂ ਤਿਆਰੀ ਕਰਨ ਦੇ ਵਾਸਤੇ, ਕਿਉਂਕਿ ਸਾਡੇ ਇਤਿਹਾਸਕ ਸਰੋਤਾਂ 'ਚ, ਤਾਰੀਖੀ ਸਰੋਤਾਂ 'ਚ ਸੋਨੇ ਦੇ ਕੰਗਣ ਦਾ ਜ਼ਿਕਰ ਵੀ ਆਉਂਦਾ। ਉਹਨਾਂ ਸਮਿਆਂ 'ਚ ਬੱਚੇ ਨੂੰ ਆਮ ਪਾ ਦਿਆ ਕਰਦੇ ਸੀ, ਉਹ ਕੰਗਣ ਲਾ ਕੇ ਵੀ ਉਸ ਦੇ ਹੱਥ 'ਚ ਪਾ ਦਿੱਤਾ। ਉਸ ਨੂੰ ਸਭ ਕੁਝ ਦੇ ਦਿੱਤਾ ਹੈ। ਹੁਣ ਉਹ ਬੱਚਾ, ਵਸਤਰ ਮਿਲ ਗਏ, ਬੱਚਿਆਂ 'ਚ ਖੇਡ ਰਿਹਾ ਹੈ, ਆਪ ਬਿਨਾਂ ਕੱਪੜਿਆਂ ਤੋਂ ਘਰ ਆ ਗਏ। ਹੁਣ ਥੋੜ੍ਹੀ ਮੇਰੀਓ ਭੈਣੋ ਇਸ ਗੱਲ ਨੂੰ ਨਾ ਉਸ ਜਗ੍ਹਾ 'ਤੇ ਜਾਂ ਉਸ ਸਥਾਨ 'ਤੇ ਆਪਣੀ ਮਾਨਸਿਕਤਾ ਨੂੰ ਰੱਖ ਕੇ ਸੋਚਣ ਦਾ ਯਤਨ ਕਰੀਏ ਕਿ ਉਦੋਂ ਉਹ ਮਾਂ ਵਾਸਤੇ ਪੁੱਤ ਹੈ, ਉਦੋਂ ਉਹ ਗੁਰਤਾ ਗੱਦੀ ਦੇ ਵਾਰਿਸ ਨਹੀਂ ਹੈਗੇ, ਉਦੋਂ ਮਾਂ ਵਾਸਤੇ ਇੱਕ ਪੁੱਤ ਹੈ। ਤੇ ਮਾਂ ਨੂੰ ਕਿੰਨਾ ਗੁੱਸਾ ਚੜਿਆ ਹੋਵੇਗਾ ਕਿ ਬੜੇ ਕੀਮਤੀ ਵਸਤਰ ਤਿਆਰ ਕੀਤੇ ਸੀ ਬਰਾਤ ਵਿੱਚ ਲੈ ਕੇ ਜਾਣ ਨੂੰ ਵਾਸਤੇ, ਉਹ ਵਸਤਰ ਕਿਸੇ ਹੋਰ ਨੂੰ ਦੇ ਆਇਆ, ਆਪ ਬਿਨਾਂ ਵਸਤਰਾਂ ਤੋਂ ਘਰ ਆ ਗਿਆ। ਤਾਂ ਕੁਦਰਤਨ ਮਾਂ ਤਲਖੀ ਦੇ ਵਿੱਚ ਤਾਂ ਆਵੇਗੀ, ਕੋਈ ਵੀ ਮਾਂ ਹੋਵੇ ਉਸ ਜਗ੍ਹਾ ਦੇ ਉੱਪਰ ਗੁੱਸੇ ਦੇ ਵਿੱਚ ਤਾਂ ਆਵੇਗੀ। ਪਰ ਗੁੱਸਾ ਬੱਚੇ ਤੇ ਘੱਟ ਨਿਕਲਿਆ, ਬਾਪ ਤੇ ਜ਼ਿਆਦਾ ਨਿਕਲਿਆ। ਗੁਰੂ ਸਾਹਿਬ ਨੂੰ ਕਹਿੰਦੇ ਨੇ, ਕਹਿੰਦੇ ਵੇਖ ਲਿਆ ਜੀ, ਮੈਂ ਤੁਹਾਨੂੰ ਕਹਿੰਦੀ ਸੀ ਨਾ ਕਿ ਤੁਹਾਡੇ ਲਾਡ ਪਿਆਰ ਨੇ ਇਹਨੂੰ ਵਿਗਾੜ ਦੇਣਾ। ਆ ਤੁਹਾਡੇ ਲਾਡ ਪਿਆਰ ਦਾ ਨਤੀਜਾ ਕਿ ਆਪਣੇ ਵਸਤਰ ਲਾਹ ਕੇ ਕਿਸੇ ਨੂੰ ਦੇ ਆਇਆ ਤੇ ਆਪ ਬਿਨਾਂ ਵਸਤਰਾਂ ਤੋਂ ਘਰ ਆ ਗਿਆ। ਬਰਾਤ ਨੇ ਜਾਣਾ ਹੈ, ਹੁਣ ਇਹਨੂੰ ਪਾਉਣਾ ਕੀ ਹੈ? ਪਾਤਸ਼ਾਹ ਮੁਸਕਰਾ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਰਹੇ ਨੇ। ਮਾਤਾ ਜੀ ਹੋਰ ਗੁੱਸੇ 'ਚ ਆ ਗਏ, ਕਹਿੰਦੇ ਮੈਂ ਸ਼ਿਕਾਇਤ ਲਾ ਰਹੀ ਹਾਂ, ਤੁਸੀਂ ਮੁਸਕਰਾ ਰਹੇ ਹੋ। ਤੇ ਪਾਤਸ਼ਾਹ ਬੜੇ ਸਹਿਜ ਦੇ ਵਿੱਚ ਕਹਿੰਦੇ ਨੇ, ਨਾਨਕੀ ਮੈਂ ਤੈਨੂੰ ਇੱਕ ਗੱਲ ਦੱਸਾਂ, ਜਿਹੜਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਦੇ ਵਾਸਤੇ ਆਪਣਾ ਲਿਬਾਸ ਦੇ ਕੇ ਆਇਆ ਹੈ ਨਾ, ਤੂੰ ਵੇਂਦੀ ਰਹੀ, ਕੱਲ ਨੂੰ ਇਹ ਕਿਸੇ ਦੇ ਲਿਬਾਸ ਤੇ ਵਿਸ਼ਵਾਸ ਨੂੰ ਬਚਾਉਣ ਦੇ ਵਾਸਤੇ ਆਪਣੇ ਸਵਾਸ ਵੀ ਦੇ ਦੇਵੇਗਾ। ਹੁਣ ਇਸ ਗੁਰੂ ਸਾਹਿਬ ਦੇ ਇਸ ਅਲਫਾਜ਼ ਨੂੰ ਸਮਝਣ ਦੀ ਲੋੜ ਹੈ ਕਿ ਉਹਦੇ ਵਿੱਚ ਕਿੰਨੀ ਵੱਡੀ ਰਮਜ਼ ਤੇ ਕਿੱਡਾ ਵੱਡਾ ਰਹੱਸ ਪਿਆ ਹੈ ਕਿ ਜਿਹੜਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਦੇ ਵਾਸਤੇ ਆਪਣਾ ਲਿਬਾਸ ਦੇ ਕੇ ਆਇਆ ਹੈ, ਕੱਲ ਨੂੰ ਕਿਸੇ ਦੇ ਲਿਬਾਸ ਤੇ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਦੇ ਵਾਸਤੇ ਆਪਣੇ ਸਵਾਸ ਵੀ ਦੇ ਦੇਵੇਗਾ।
ਮਾਤਾ ਜੀ ਨਿਰੁੱਤਰ, ਚੁੱਪ, ਰਮਜ਼, ਰਹੱਸ, ਮਿਸਟਰੀ, ਕੀ ਜਵਾਬ ਦਿੱਤਾ ਜਾ ਸਕਦਾ ਇਸ ਦਾ?